ਰਹੀਮਪੁਰ ਦੇ ਮੈਦਾਨ ਵਿੱਚ ਧੂੜ ਅਜੇ ਵੀ ਹਵਾ ਵਿੱਚ ਤੈਰ ਰਹੀ ਸੀ। ਤਲਵਾਰਾਂ ਦੀ ਚੰਕਾਰ ਹੌਲੀ-ਹੌਲੀ ਖਾਮੋਸ਼ੀ ਵਿੱਚ ਬਦਲ ਰਹੀ ਸੀ ਅਤੇ ਨਵਾਬ ਆਪਣੀ ਜਾਨ ਬਚਾ ਕੇ ਭੱਜ ਚੁੱਕਾ ਸੀ। ਸਿੰਘ ਜਦੋਂ ਜੰਗ ਖਤਮ ਹੋਣ ਮਗਰੋਂ ਵਾਪਸ ਮੁੜ ਰਹੇ ਸਨ ਤਾਂ ਇੱਕ ਸੁੰਨੀ ਜਗ੍ਹਾ ਵਿੱਚ ਖੜੀ ਕੀਮਤੀ ਪਾਲਕੀ ਉਹਨਾਂ ਦੀ ਨਜ਼ਰ ਵਿੱਚ ਆ ਗਈ। ਪਾਲਕੀ ਸ਼ਾਹੀ ਲੱਗਦੀ ਸੀ, ਰੇਸ਼ਮੀ ਪਰਦੇ, ਸੋਨੇ ਦੇ ਨਕਸ਼ ਅਤੇ ਅੰਦਰ ਬੈਠੀ ਇੱਕ ਡਰੀ ਹੋਈ ਮੁਸਲਿਮ ਕੁੜੀ ਜਿਸ ਦੀਆਂ ਅੱਖਾਂ ਵਿੱਚ ਖੌਫ ਅਤੇ ਬੇਬਸੀ ਇਕੱਠੇ ਵਸ ਰਹੇ ਸਨ। ਪਤਾ ਲੱਗਾ ਕਿ ਉਹ ਨਵਾਬ ਦੀ ਧੀ ਹੈ ਜੋ ਹੜਬੜੀ ਵਿੱਚ ਛੱਡ ਦਿੱਤੀ ਗਈ ਸੀ। ਕੁਝ ਸਿੰਘਾਂ ਦੇ ਮਨ ਵਿੱਚ ਪੁਰਾਣੇ ਜ਼ਖਮ ਜਾਗ ਪਏ ਕਿ ਕਿਵੇਂ ਮੁਗਲ ਹਕੂਮਤ ਨੇ ਹਿੰਦੂ ਔਰਤਾਂ ਦੀ ਇੱਜ਼ਤ ਲੁੱਟੀ ਸੀ, ਪਰ ਉਸ ਪਲ ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਗੂੰਜਿਆ ਕਿ ਜ਼ੁਲਮ ਦਾ ਜਵਾਬ ਜ਼ੁਲਮ ਨਹੀਂ ਸਗੋਂ ਇਨਸਾਫ ਹੈ। ਇਸ ਲਈ ਪਾਲਕੀ ਨੂੰ ਸਤਿਕਾਰ ਨਾਲ ਚੁੱਕ ਕੇ ਉਹ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ, ਜਿੱਥੇ ਦਰਬਾਰ ਸਜਿਆ ਹੋਇਆ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਖਤ ਉੱਤੇ ਬਿਰਾਜਮਾਨ ਸਨ। ਸਾਰੀ ਸੰਗਤ ਹੈਰਾਨ ਸੀ ਕਿ ਪਾਲਕੀ ਵਿੱਚ ਕੀ ਹੈ। ਸਿੰਘਾਂ ਨੇ ਸਿਰ ਨਿਵਾ ਕੇ ਦੱਸਿਆ ਕਿ ਇਹ ਦੁਸ਼ਮਣ ਨਵਾਬ ਦੀ ਧੀ ਹੈ। ਦਰਬਾਰ ਵਿੱਚ ਖਾਮੋਸ਼ੀ ਛਾ ਗਈ। ਹਰ ਨਜ਼ਰ ਗੁਰੂ ਸਾਹਿਬ ਦੇ ਚਿਹਰੇ ਵੱਲ ਸੀ ਕਿ ਹੁਣ ਕੀ ਫੈਸਲਾ ਹੋਵੇਗਾ, ਕਿ ਬਦਲਾ ਲਿਆ ਜਾਵੇਗਾ ਜਾਂ ਰਹਿਮ। ਪਰ ਗੁਰੂ ਸਾਹਿਬ ਨੇ ਅਜੇ ਕੁਝ ਕਹਿਣਾ ਹੀ ਸੀ ਕਿ ਦਰਬਾਰ ਦੇ ਬਾਹਰੋਂ ਇੱਕ ਦਰਦਨਾਕ ਚੀਖ ਸੁਣੀ ਗਈ ਅਤੇ ਇੱਕ ਬ੍ਰਾਹਮਣ ਦੇਵਦਾਸ ਫਟੇ ਕੱਪੜਿਆਂ ਅਤੇ ਖੂਨ ਨਾਲ ਲਥਪਥ ਪੈਰਾਂ ਨਾਲ ਅੰਦਰ ਦੌੜਦਾ ਆਇਆ। ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਰੋ ਪਿਆ ਕਿ ਉਸ ਦੀ ਪਤਨੀ ਨੂੰ ਜਾਬਰ ਖਾਨ ਨਾਮੀ ਪਠਾਨ ਰਾਹੋਂ ਅਗਵਾ ਕਰ ਲੈ ਗਿਆ ਹੈ ਅਤੇ ਕਿਸੇ ਨੇ ਉਸ ਦੀ ਫਰਿਆਦ ਨਹੀਂ ਸੁਣੀ। ਉਸਨੇ ਕਿਹਾ ਕਿ ਜੇ ਅੱਜ ਇਨਸਾਫ ਨਾ ਮਿਲਿਆ ਤਾਂ ਉਹ ਆਪਣੀ ਜਾਨ ਦੇ ਦੇਵੇਗਾ। ਇੱਕ ਪਾਸੇ ਦੁਸ਼ਮਣ ਦੀ ਧੀ ਪਾਲਕੀ ਵਿੱਚ ਬੈਠੀ ਕੰਬ ਰਹੀ ਸੀ ਅਤੇ ਦੂਜੇ ਪਾਸੇ ਇੱਕ ਬੇਬਸ ਪਤੀ ਆਪਣੀ ਪਤਨੀ ਦੀ ਇੱਜ਼ਤ ਲਈ ਮੰਗ ਕਰ ਰਿਹਾ ਸੀ। ਗੁਰੂ ਸਾਹਿਬ ਨੇ ਗੰਭੀਰ ਸੁਰ ਵਿੱਚ ਕਿਹਾ ਕਿ ਖਾਲਸਾ ਜ਼ੁਲਮ ਦੇ ਖਿਲਾਫ ਖੜਾ ਹੈ ਅਤੇ ਮਜ਼ਲੂਮ ਦੀ ਰੱਖਿਆ ਉਸ ਦਾ ਫਰਜ਼ ਹੈ। ਉਹਨਾਂ ਨੇ ਦੇਵਦਾਸ ਨੂੰ ਭਰੋਸਾ ਦਿੱਤਾ ਕਿ ਉਸ ਦੀ ਪਤਨੀ ਵਾਪਸ ਲਿਆਈ ਜਾਵੇਗੀ, ਪਰ ਨਾਲ ਹੀ ਦਰਬਾਰ ਵਿੱਚ ਕੁਝ ਲੋਕਾਂ ਦੇ ਮਨ ਵਿੱਚ ਸਵਾਲ ਉੱਠਿਆ ਕਿ ਸੰਤ ਹਥਿਆਰ ਕਿਉਂ ਚੁੱਕਦਾ ਹੈ। ਗੁਰੂ ਸਾਹਿਬ ਨੇ ਇੱਕ ਪੁਰਾਣੀ ਸਾਖੀ ਸੁਣਾਈ ਕਿ ਕਿਵੇਂ ਇੱਕ ਜੱਟ ਨੇ ਕਿਸੇ ਦੀ ਇੱਜ਼ਤ ਬਚਾਉਣ ਲਈ ਤਲਵਾਰ ਚੁੱਕੀ ਅਤੇ ਉਸ ਦਾ ਪਾਪ ਧੋਤਾ ਗਿਆ। ਸਮਝਾਇਆ ਕਿ ਆਪਣੇ ਲਾਭ ਲਈ ਹਿੰਸਾ ਪਾਪ ਹੈ, ਪਰ ਮਜ਼ਲੂਮ ਦੀ ਰੱਖਿਆ ਲਈ ਹਥਿਆਰ ਚੁੱਕਣਾ ਧਰਮ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪਾਲਕੀ ਦਾ ਪਰਦਾ ਹਟਾਇਆ। ਕੁੜੀ ਡਰ ਨਾਲ ਕੰਬ ਰਹੀ ਸੀ। ਗੁਰੂ ਸਾਹਿਬ ਨੇ ਮਿੱਠੀ ਆਵਾਜ਼ ਵਿੱਚ ਕਿਹਾ ਕਿ ਡਰ ਨਾ ਕਰ, ਤੂੰ ਗੁਰੂ ਨਾਨਕ ਦੇ ਘਰ ਵਿੱਚ ਸੁਰੱਖਿਅਤ ਹੈ। ਕੁਝ ਸਿੰਘਾਂ ਨੇ ਕਿਹਾ ਕਿ ਇਹ ਦੁਸ਼ਮਣ ਦੀ ਧੀ ਹੈ, ਪਰ ਗੁਰੂ ਸਾਹਿਬ ਨੇ ਤੁਰੰਤ ਉੱਤਰ ਦਿੱਤਾ ਕਿ ਸਾਡੀ ਲੜਾਈ ਜ਼ੁਲਮ ਨਾਲ ਹੈ, ਔਰਤਾਂ ਨਾਲ ਨਹੀਂ। ਪਰਾਈ ਇਸਤਰੀ ਮਾਂ ਭੈਣ ਦੇ ਬਰਾਬਰ ਹੁੰਦੀ ਹੈ। ਉਹਨਾਂ ਨੇ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਨੂੰ ਬੁਲਾਇਆ, ਕੁੜੀ ਨੂੰ ਨਵੇਂ ਕੱਪੜੇ, ਭੋਜਨ ਅਤੇ ਆਸਰਾ ਦਿੱਤਾ ਅਤੇ ਹੁਕਮ ਦਿੱਤਾ ਕਿ ਉਸ ਨੂੰ ਸੁਰੱਖਿਅਤ ਤੌਰ ਤੇ ਉਸ ਦੇ ਪਿਤਾ ਕੋਲ ਛੱਡ ਕੇ ਆਇਆ ਜਾਵੇ। ਦਰਬਾਰ ਵਿੱਚ ਰਹਿਮ ਦਾ ਮਾਹੌਲ ਸੀ, ਪਰ ਅਚਾਨਕ ਗੁਰੂ ਸਾਹਿਬ ਦਾ ਚਿਹਰਾ ਸਖਤ ਹੋ ਗਿਆ। ਰਹਿਮ ਦਾ ਸਾਗਰ ਹੁਣ ਵੀਰ ਰਸ ਦਾ ਅਵਤਾਰ ਬਣ ਗਿਆ, ਕਿਉਂਕਿ ਦੇਵਦਾਸ ਦੀ ਪਤਨੀ ਦੀ ਪੁਕਾਰ ਹਾਲੇ ਵੀ ਹਵਾ ਵਿੱਚ ਗੂੰਜ ਰਹੀ ਸੀ। ਗੁਰੂ ਸਾਹਿਬ ਨੇ ਆਪਣੇ ਲਾਡਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਕਿ ਜਾਬਰ ਖਾਨ ਨੂੰ ਜਿਉਂਦਾ ਜਾਂ ਮੁਰਦਾ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਰਾਤ ਦੀ ਖਾਮੋਸ਼ੀ ਵਿੱਚ ਸਿੰਘਾਂ ਦਾ ਜੱਥਾ ਤੂਫਾਨ ਵਾਂਗ ਨਿਕਲਿਆ। ਕਿਲੇ ਦੇ ਦਰਵਾਜ਼ੇ ਟੁੱਟੇ, ਪਾਪੀ ਡਰ ਕੇ ਭੱਜੇ। ਬਾਬਾ ਅਜੀਤ ਸਿੰਘ ਨੇ ਜਾਬਰ ਖਾਨ ਨੂੰ ਫੜ ਲਿਆ ਅਤੇ ਬੇਕਸੂਰ ਔਰਤਾਂ ਨੂੰ ਰਿਹਾ ਕਰਵਾਇਆ। ਸਵੇਰ ਹੋਣ ਤੱਕ ਉਹ ਦਰਬਾਰ ਵਿੱਚ ਪੇਸ਼ ਹੋ ਚੁੱਕੇ ਸਨ। ਦੇਵਦਾਸ ਆਪਣੀ ਪਤਨੀ ਨੂੰ ਦੇਖ ਕੇ ਫੁੱਟ-ਫੁੱਟ ਕੇ ਰੋ ਪਿਆ। ਗੁਰੂ ਸਾਹਿਬ ਨੇ ਇਨਸਾਫ ਦਾ ਹੁਕਮ ਸੁਣਾਉਣ ਲਈ ਅੱਖਾਂ ਬੰਦ ਕੀਤੀਆਂ। ਸਾਰੀ ਸੰਗਤ ਦੀ ਸਾਹ ਰੁਕੀ ਹੋਈ ਸੀ ਕਿ ਹੁਣ ਕੀ ਸਜ਼ਾ ਮਿਲੇਗੀ। ਜਦੋਂ ਗੁਰੂ ਸਾਹਿਬ ਨੇ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਦੇ ਚਿਹਰੇ ਉੱਤੇ ਅਦਭੁਤ ਤੇਜ ਸੀ ਅਤੇ ਉਸ ਪਲ ਇਨਸਾਫ ਦੀ ਤਲਵਾਰ ਹਵਾ ਵਿੱਚ ਲਹਿਰਾਈ। ਰਹੀਮਪੁਰ ਦੇ ਮੈਦਾਨ ਤੋਂ ਸ਼ੁਰੂ ਹੋਈ ਉਹ ਕਥਾ ਹੁਣ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਆਪਣੇ ਸਭ ਤੋਂ ਗੰਭੀਰ ਮੋੜ ਤੇ ਖੜੀ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਵਿੱਚ ਇੱਕੋ ਸਮੇਂ ਰਹਿਮ ਦੀ ਠੰਡਕ ਵੀ ਸੀ ਤੇ ਇਨਸਾਫ ਦੀ ਅੱਗ ਵੀ। ਸਾਰੀ ਸੰਗਤ ਦੀ ਸਾਹ ਰੁਕੀ ਹੋਈ ਸੀ। ਬਾਬਾ ਅਜੀਤ ਸਿੰਘ ਜਾਬਰ ਖਾਨ ਨੂੰ ਬੰਨ੍ਹ ਕੇ ਦਰਬਾਰ ਵਿੱਚ ਖੜਾ ਕਰ ਚੁੱਕੇ ਸਨ। ਉਸ ਦਾ ਚਿਹਰਾ ਪੀਲਾ ਪੈ ਗਿਆ ਸੀ, ਅੱਖਾਂ ਵਿੱਚ ਡਰ ਤੇ ਪਛਤਾਵਾ ਮਿਲਿਆ ਜੁਲਿਆ ਹੋਇਆ ਸੀ। ਦੇਵਦਾਸ ਆਪਣੀ ਪਤਨੀ ਦਾ ਹੱਥ ਫੜ ਕੇ ਖੜਾ ਸੀ। ਦੋਵੇਂ ਦੀਆਂ ਅੱਖਾਂ ਤੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਗੁਰੂ ਸਾਹਿਬ ਨੇ ਹੌਲੀ ਪਰ ਗੰਭੀਰ ਆਵਾਜ਼ ਵਿੱਚ ਪੁੱਛਿਆ ਕਿ ਤੂੰ ਕਿਹੜੇ ਹੱਕ ਨਾਲ ਪਰਾਈ ਇਸਤਰੀ ਦੀ ਇੱਜ਼ਤ ਉਜਾੜੀ। ਜਾਬਰ ਖਾਨ ਨੇ ਕੰਬਦੀ ਆਵਾਜ਼ ਵਿੱਚ ਕਿਹਾ ਕਿ ਉਹ ਤਾਕਤ ਦੇ ਨਸ਼ੇ ਵਿੱਚ ਅੰਨਾ ਹੋ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਗੁਰੂ ਸਾਹਿਬ ਨੇ ਅੱਖਾਂ ਬੰਦ ਕਰਕੇ ਇੱਕ ਪਲ ਲਈ ਧਿਆਨ ਲਾਇਆ। ਫਿਰ ਉਹਨਾਂ ਨੇ ਸੰਗਤ ਵੱਲ ਤੱਕ ਕੇ ਕਿਹਾ ਕਿ ਖਾਲਸੇ ਦਾ ਧਰਮ ਸਿਰਫ ਤਲਵਾਰ ਚਲਾਉਣਾ ਨਹੀਂ ਸਗੋਂ ਸੱਚ ਦੀ ਰੱਖਿਆ ਕਰਨੀ ਹੈ। ਉਹਨਾਂ ਨੇ ਹੁਕਮ ਦਿੱਤਾ ਕਿ ਜਾਬਰ ਖਾਨ ਨੂੰ ਉਸ ਦੇ ਕਰਤੂਤਾਂ ਦੀ ਸਜ਼ਾ ਮਿਲੇ, ਪਰ ਉਸ ਦੀ ਰੂਹ ਨੂੰ ਸੁਧਾਰ ਦਾ ਮੌਕਾ ਵੀ ਦਿੱਤਾ ਜਾਵੇ।
ਉਸ ਨੂੰ ਕੈਦ ਵਿੱਚ ਰੱਖ ਕੇ ਸੇਵਾ ਕਰਵਾਈ ਜਾਵੇ ਤਾਂ ਜੋ ਉਹ ਹਰ ਰੋਜ਼ ਆਪਣੀ ਗਲਤੀ ਨੂੰ ਯਾਦ ਕਰੇ। ਦੇਵਦਾਸ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਧੰਨਵਾਦ ਕੀਤਾ। ਉਸ ਦੀ ਪਤਨੀ ਨੇ ਵੀ ਅੱਖਾਂ ਭਰ ਕੇ ਕਿਹਾ ਕਿ ਅੱਜ ਉਸ ਨੂੰ ਨਵਾਂ ਜਨਮ ਮਿਲਿਆ ਹੈ। ਦਰਬਾਰ ਵਿੱਚ ਰਹਿਮ ਤੇ ਇਨਸਾਫ ਦਾ ਅਦਭੁਤ ਮਿਲਾਪ ਸੀ। ਇਧਰ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਉਸ ਮੁਸਲਿਮ ਕੁੜੀ ਨੂੰ ਮਾਂ ਵਰਗੀ ਮਮਤਾ ਨਾਲ ਗਲੇ ਲਾ ਰਹੀਆਂ ਸਨ। ਉਸ ਨੂੰ ਗਰਮ ਦੁੱਧ ਪਿਲਾਇਆ ਗਿਆ, ਨਵੇਂ ਕੱਪੜੇ ਪਹਿਨਾਏ ਗਏ। ਉਹ ਹੌਲੀ-ਹੌਲੀ ਆਪਣੇ ਡਰ ਤੋਂ ਬਾਹਰ ਆ ਰਹੀ ਸੀ। ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਕਿ ਉਸਨੇ ਸੋਚਿਆ ਸੀ ਕਿ ਸਿੰਘ ਉਸ ਨਾਲ ਵੀ ਉਹੀ ਕਰਨਗੇ ਜੋ ਉਸਦੇ ਲੋਕ ਹੋਰਨਾਂ ਨਾਲ ਕਰਦੇ ਆਏ ਹਨ, ਪਰ ਅੱਜ ਉਸ ਨੂੰ ਸਮਝ ਆ ਗਈ ਕਿ ਗੁਰੂ ਨਾਨਕ ਦਾ ਧਰਮ ਕੀ ਹੁੰਦਾ ਹੈ। ਗੁਰੂ ਸਾਹਿਬ ਨੇ ਉਸਦੇ ਸਿਰ ਤੇ ਹੱਥ ਫੇਰ ਕੇ ਕਿਹਾ ਕਿ ਬੇਟੀ, ਧਰਮ ਕਿਸੇ ਇੱਕ ਕੌਮ ਦੀ ਜਾਇਦਾਦ ਨਹੀਂ ਹੁੰਦਾ। ਧਰਮ ਉਹ ਹੈ ਜੋ ਦਿਲ ਨੂੰ ਰੋਸ਼ਨ ਕਰ ਦੇਵੇ। ਕੁਝ ਦਿਨਾਂ ਬਾਅਦ ਜਦੋਂ ਉਹ ਕੁੜੀ ਪੂਰੀ ਤਰ੍ਹਾਂ ਸੰਭਲ ਗਈ ਤਾਂ ਸਿੰਘਾਂ ਦੀ ਇੱਕ ਟੋਲੀ ਉਸ ਨੂੰ ਸਤਿਕਾਰ ਨਾਲ ਉਸਦੇ ਪਿਤਾ ਨਵਾਬ ਕੋਲ ਛੱਡ ਕੇ ਆਈ। ਰਸਤੇ ਪਰ ਉਹ ਕੁੜੀ ਆਪਣੇ ਮਨ ਵਿੱਚ ਗੁਰੂ ਸਾਹਿਬ ਦੀ ਉਹ ਮਿੱਠੀ ਆਵਾਜ਼ ਯਾਦ ਕਰਦੀ ਰਹੀ ਜੋ ਉਸ ਨੂੰ ਡਰ ਨਾ ਕਰਨ ਲਈ ਕਹਿ ਰਹੀ ਸੀ। ਜਦੋਂ ਉਹ ਨਵਾਬ ਦੇ ਮਹਲ ਪਹੁੰਚੀ ਤਾਂ ਨਵਾਬ ਆਪਣੀ ਧੀ ਨੂੰ ਜਿੰਦਾ ਵੇਖ ਕੇ ਫੁੱਟ-ਫੁੱਟ ਕੇ ਰੋ ਪਿਆ। ਉਸਨੇ ਸੁਣਿਆ ਕਿ ਖਾਲਸੇ ਨੇ ਉਸ ਦੀ ਧੀ ਦੀ ਇੱਜ਼ਤ ਦੀ ਰੱਖਿਆ ਕੀਤੀ ਹੈ ਤਾਂ ਉਸਦਾ ਸਿਰ ਸ਼ਰਮ ਨਾਲ ਝੁਕ ਗਿਆ। ਉਸਨੇ ਮਨ ਹੀ ਮਨ ਕਬੂਲ ਕੀਤਾ ਕਿ ਜਿਨ੍ਹਾਂ ਨੂੰ ਉਹ ਕਾਫਿਰ ਕਹਿੰਦਾ ਸੀ ਉਹੀ ਅਸਲ ਵਿੱਚ ਇਨਸਾਫ ਦੇ ਰਾਹੀ ਹਨ। ਉਸਨੇ ਗੁਰੂ ਸਾਹਿਬ ਲਈ ਦਿਲੋਂ ਦੁਆ ਕੀਤੀ ਅਤੇ ਆਪਣੀ ਧੀ ਨੂੰ ਕਿਹਾ ਕਿ ਉਹ ਸਾਰੀ ਉਮਰ ਉਸ ਰਹਿਮ ਨੂੰ ਯਾਦ ਰੱਖੇ ਜੋ ਉਸ ਨੂੰ ਅਨੰਦਪੁਰ ਸਾਹਿਬ ਵਿੱਚ ਮਿਲਿਆ ਸੀ। ਇਧਰ ਅਨੰਦਪੁਰ ਸਾਹਿਬ ਵਿੱਚ ਜਾਬਰ ਖਾਨ ਨੂੰ ਕੈਦ ਵਿੱਚ ਰੱਖਿਆ ਗਿਆ ਸੀ। ਉਹ ਹਰ ਰੋਜ਼ ਗੁਰੂ ਦਰਬਾਰ ਦੇ ਬਾਹਰ ਸਫਾਈ ਕਰਦਾ, ਲੰਗਰ ਦੀ ਸੇਵਾ ਕਰਦਾ ਅਤੇ ਆਪਣੇ ਮਨ ਵਿੱਚ ਪਛਤਾਵੇ ਦੀ ਅੱਗ ਮਹਿਸੂਸ ਕਰਦਾ। ਇੱਕ ਦਿਨ ਉਸਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ ਅਤੇ ਕਿਹਾ ਕਿ ਉਸ ਨੂੰ ਅੱਜ ਸਮਝ ਆਈ ਹੈ ਕਿ ਅਸਲ ਤਾਕਤ ਤਲਵਾਰ ਵਿੱਚ ਨਹੀਂ ਸਗੋਂ ਨਿਆਂ ਵਿੱਚ ਹੁੰਦੀ ਹੈ। ਗੁਰੂ ਸਾਹਿਬ ਨੇ ਉਸ ਨੂੰ ਉਠਾ ਕੇ ਕਿਹਾ ਕਿ ਜੇ ਦਿਲ ਸੱਚਮੁੱਚ ਬਦਲ ਗਿਆ ਹੈ ਤਾਂ ਪਰਮਾਤਮਾ ਵੀ ਮਾਫ ਕਰ ਦਿੰਦਾ ਹੈ। ਦੇਵਦਾਸ ਅਤੇ ਉਸ ਦੀ ਪਤਨੀ ਹਰ ਰੋਜ਼ ਗੁਰੂ ਦਰਬਾਰ ਆ ਕੇ ਮੱਥਾ ਟੇਕਦੇ। ਉਹਨਾਂ ਦੇ ਚਿਹਰਿਆਂ ਤੇ ਸਦਾ ਸ਼ੁਕਰਾਨੇ ਦੀ ਮੁਸਕਾਨ ਰਹਿੰਦੀ। ਉਹ ਸੰਗਤ ਨੂੰ ਆਪਣੀ ਕਹਾਣੀ ਸੁਣਾਉਂਦੇ ਅਤੇ ਕਹਿੰਦੇ ਕਿ ਜਿੱਥੇ ਦੁਨੀਆ ਨੇ ਉਹਨਾਂ ਨੂੰ ਠੁਕਰਾ ਦਿੱਤਾ ਉੱਥੇ ਗੁਰੂ ਨੇ ਉਹਨਾਂ ਨੂੰ ਗਲੇ ਲਾਇਆ। ਸਮਾਂ ਲੰਘਦਾ ਗਿਆ ਪਰ ਉਹ ਦਿਨ ਅਨੰਦਪੁਰ ਸਾਹਿਬ ਦੇ ਇਤਿਹਾਸ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਗਿਆ ਕਿ ਜਦੋਂ ਇੱਕ ਪਾਸੇ ਦੁਸ਼ਮਣ ਦੀ ਧੀ ਨੂੰ ਮਾਂ ਭੈਣ ਦੀ ਇੱਜ਼ਤ ਮਿਲੀ ਤੇ ਦੂਜੇ ਪਾਸੇ ਇੱਕ ਗਰੀਬ ਬ੍ਰਾਹਮਣ ਦੀ ਪਤਨੀ ਦੀ ਆਬਰੂ ਬਚਾਈ ਗਈ। ਸੰਗਤ ਵਿੱਚ ਬੱਚੇ ਵੱਡੇ ਹੋ ਕੇ ਇਹ ਸਾਖੀ ਸੁਣਦੇ ਅਤੇ ਸਮਝਦੇ ਕਿ ਖਾਲਸਾ ਸਿਰਫ ਜੰਗਾਂ ਲਈ ਨਹੀਂ ਸਗੋਂ ਇਨਸਾਨੀਅਤ ਦੀ ਰੱਖਿਆ ਲਈ ਬਣਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਲੀਲਾ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਪੱਕੀ ਕਰ ਗਈ ਕਿ ਧਰਮ ਉਹ ਨਹੀਂ ਜੋ ਨਫ਼ਰਤ ਸਿਖਾਏ ਸਗੋਂ ਉਹ ਜੋ ਹਰ ਡਰੀ ਹੋਈ ਅੱਖ ਵਿੱਚ ਹੌਸਲੇ ਦੀ ਰੋਸ਼ਨੀ ਭਰ ਦੇਵੇ। ਅਤੇ ਇਸ ਤਰ੍ਹਾਂ ਰਹਿਮ ਤੇ ਇਨਸਾਫ ਦੀ ਇਹ ਕਥਾ ਖਤਮ ਨਹੀਂ ਹੋਈ ਸਗੋਂ ਹਰ ਉਸ ਦਿਲ ਵਿੱਚ ਜਿੰਦਾ ਰਹੀ ਜੋ ਜ਼ੁਲਮ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਸੀ ਅਤੇ ਹਰ ਉਸ ਰੂਹ ਵਿੱਚ ਗੂੰਜਦੀ ਰਹੀ ਜੋ ਗੁਰੂ ਨਾਨਕ ਦੇ ਰਸਤੇ ਤੇ ਤੁਰਨਾ ਚਾਹੁੰਦੀ ਸੀ।